ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੇਸਿਕ ਕਾਊਂਟਿੰਗ ਦੇ ਇਸ ਦੂਸਰੇ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਿਛਲੇ ਵੀਡੀਓ ਦੇ ਵਿੱਚ ਅਸੀਂ ਕੁਝ ਟਰਮਸ ਜਿਹੜੀਆਂ ਨੇ ਉਹ ਸਮਝੀਆਂ ਸੀ। ਅੱਜ ਅਸੀਂ ਉਹਨਾਂ ਨੂੰ ਥੋੜਾ ਹੋਰ ਅੱਗੇ ਵਧਾਵਾਂਗੇ। ਅਸੀਂ ਗੱਲ ਕੀਤੀ ਸੀ ਕਿ ਸਾਡਾ ਮੇਨ ਮਕਸਦ ਬਿਜ਼ਨਸ ਦੀਆਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨਾ ਹੈ। ਅਸੀਂ ਉਹੀ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨਾ ਹੈ ਜਿਨ੍ਹਾਂ ਦੇ ਵਿੱਚ ਪੈਸਾ ਜਾਂ ਪੈਸੇ ਦੇ ਸੰਬੰਧਿਤ ਜਿਹੜਾ ਉਹ ਲੈਣ ਦੇਣ ਹੋਇਆ ਹੋਵੇ। ਇਸੇ ਚੀਜ਼ ਨੂੰ ਇੱਕ ਧਾਰਨਾ ਦੇ ਰੂਪ ਵਿੱਚ ਵੀ ਦਿਖਾਇਆ ਜਾਂਦਾ ਹੈ। ਧਾਰਨਾ ਤੋਂ ਭਾਵ ਹੈ ਉਹ ਨਿਯਮ, ਉਹ ਰੂਲ ਜਿਹੜੇ ਅਸੀਂ ਹਰ ਹਾਲ ਦੇ ਵਿੱਚ ਕਿਤਾਬਾਂ ਬਣਾਉਂਦੇ ਹੋਏ ਜਿਹੜੇ ਹੈ ਨਿਭਾਉਣੇ ਹੈ। ਇਹਨਾਂ ਨਿਯਮਾਂ ਦੀ ਅਸੀਂ ਪਾਲਣਾ ਕਰਨੀ ਹੈ। ਇਹਨਾਂ ਨਿਯਮਾਂ ਨੂੰ ਅਸੀਂ ਧਾਰਨਾ, ਕਨਸੈਪਟ, ਕਨਵੈਨਸ਼ਨਸ, ਅਜ਼ੰਪਸ਼ਨਸ ਦੇ ਨਾਮ ਨਾਲ ਜਾਣਦੇ ਹਾਂ। ਤੁਹਾਡੀਆਂ ਕਿਤਾਬਾਂ ਦੇ ਵਿੱਚ ਇਹ ਇਸੇ ਹੈਡ ਦੇ ਅੰਦਰ ਲਿਖਿਆ ਹੋਏਗਾ, ਤਾਂ ਉਹਦੇ ਤੇ ਬਹੁਤ ਸਾਰੇ 7-8 ਜਿਹੜੇ ਇਸ ਤਰ੍ਹਾਂ ਦੇ ਕਨਸੈਪਟ ਤੇ ਅਜ਼ੰਪਸ਼ਨ ਜਿਹੜੀਆਂ ਨੇ ਉਹ ਦਿੱਤੀਆਂ ਹੋਣਗੀਆਂ। ਪਰ ਅਸੀਂ ਇੱਥੇ ਇੱਕ ਇੱਕ ਕਰਕੇ ਜਿਵੇਂ ਜਿਵੇਂ ਇਹਨਾਂ ਦੀ ਵਰਤੋਂ ਹੋਏਗੀ ਉਵੇਂ ਉਵੇਂ ਇਹਨਾਂ ਨੂੰ ਸਿੱਖਾਂਗੇ। ਤਾਂ ਪਹਿਲੀ ਜਿਹੜੀ ਧਾਰਨਾ ਹੈ, ਪਹਿਲਾ ਜਿਹੜਾ ਨਿਯਮ ਹੈ ਜੋ ਅਸੀਂ ਕਿਤਾਬਾਂ ਬਣਾਉਂਦੇ ਸਮੇਂ ਹਰ ਹਾਲਤ ਦੇ ਵਿੱਚ ਮੰਨਣਾ ਹੈ, ਉਹ ਹੈ ਮਨੀ ਮੈਜ਼ਰਮੈਂਟ ਕਨਸੈਪਟ। ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕਿ ਸਿਰਫ ਉਹੀ ਜਿਹੜੀਆਂ ਲੈਣ ਦੇਣ ਨੂੰ ਰਿਕਾਰਡ ਕਰਨਾ ਹੈ ਜਿਨ੍ਹਾਂ ਵਿੱਚ ਪੈਸਾ ਜਾਂ ਪੈਸੇ ਦਾ ਰੂਪ ਜਿਹੜਾ ਹੈ ਉਹ ਸ਼ਾਮਲ ਹੋਵੇ। ਇਸ ਨੂੰ ਥੋੜਾ ਹੋਰ ਅੱਗੇ ਵਧਾਉਂਦੇ ਹਾਂ। ਅਸੀਂ ਕਿਸ ਤਰ੍ਹਾਂ ਦੇ ਨਾਲ ਇਹ ਚੈੱਕ ਕਰਦੇ ਹਾਂ ਕਿ ਕੀ ਉਹਦੇ ਵਿੱਚ ਪੈਸਾ ਸ਼ਾਮਲ ਹੈ। ਜਿਵੇਂ ਮੰਨ ਲੈਂਦੇ ਹਾਂ ਕਿ ਅਸੀਂ ਕੋਈ ਅਮਾਉਂਟ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ, ਅਸੀਂ ਸੇਲ ਕੀਤੀ ਔਰ ਸੇਲ ਕਰਨ ਦੇ ਨਾਲ ਸਾਨੂੰ ਜਿਹੜੇ ਹੈ ਕੁਝ ਪੈਸੇ ਪ੍ਰਾਪਤ ਹੋਏ। ਮੰਨ ਲੈਂਦੇ ਹਾਂ ਕਿ ਅਸੀਂ 10,000 ਰੁਪਇਆ ਪ੍ਰਾਪਤ ਕੀਤਾ, ਸਾਡੀ ਰਸੀਦ ਜਿਹੜੀ ਹੈ ਉਹ 10,000 ਰੁਪਏ। ਤਾਂ ਇਹਦਾ ਮਤਲਬ ਇਸ ਲੈਣ ਦੇਣ ਦੇ ਵਿੱਚ ਕਲੀਅਰ ਕੱਟ ਹੈ ਕਿ ਇਸ ਲੈਣ ਦੇਣ ਦੀ ਵੈਲਿਊ ਜੋ ਹੈ ਉਹ 10,000 ਰੁਪਏ ਹੈ। ਤਾਂ ਇਹਦਾ ਮਤਲਬ ਇਸ ਮਨੀ ਸ਼ਾਮਲ ਹੈ, ਤਾਂ ਇਸ ਨੂੰ ਅਸੀਂ ਟ੍ਰਾਂਜੈਕਸ਼ਨ ਮੰਨਾਂਗੇ ਔਰ ਇਸ ਨੂੰ ਅਸੀਂ ਰਿਕਾਰਡ ਕਰਾਂਗੇ। ਐਸੇ ਤਰੀਕੇ ਦੇ ਨਾਲ ਮੰਨ ਲੈਂਦੇ ਹਾਂ ਕਿ ਅਸੀਂ ਕੋਈ ਪੇਮੈਂਟ ਕੀਤੀ ਹੈ, ਅਸੀਂ ਕੋਈ ਭੁਗਤਾਨ ਕੀਤਾ ਹੈ। ਅਗਰ ਉਹ ਪੇਮੈਂਟ ਅਸੀਂ 5,000 ਰੁਪਏ ਦੀ ਕੀਤੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੇ ਵਿੱਚ 5,000 ਰੁਪਏ ਦੀ ਵੈਲਿਊ ਸ਼ਾਮਲ ਹੈ। ਇਸ ਕਰਕੇ ਇਸ ਨੂੰ ਵੀ ਅਸੀਂ ਟ੍ਰਾਂਜੈਕਸ਼ਨ ਮੰਨਾਂਗੇ ਔਰ ਕਿਤਾਬਾਂ ਦੇ ਵਿੱਚ ਲਿਖਾਂਗੇ। ਤਾਂ ਜਿਹੜੀਆਂ ਪ੍ਰਾਪਤੀਆਂ ਹੋ ਗਈਆਂ ਜਾਂ ਜੋ ਅਸੀਂ ਭੁਗਤਾਨ ਕਰਤੇ ਉਹਨਾਂ ਦੀ ਵੈਲਿਊ ਸਾਨੂੰ ਸਾਫ਼-ਸਾਫ਼ ਦਿਖ ਰਹੀ ਹੈ। ਇਸ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਚੀਜ਼ਾਂ ਸਾਨੂੰ ਹਜੇ ਮਿਲੀਆਂ ਨਹੀਂ ਹੁੰਦੀਆਂ, ਜਿਹਨੂੰ ਅਸੀਂ ਕਹਿੰਦੇ ਹਾਂ ਮਿਲਣ ਯੋਗ ਹੈ, ਭਾਵ ਰਿਸੀਵੇਬਲ ਹੈ। ਸਾਨੂੰ ਹਜੇ ਉਹ ਪੈਸੇ ਮਿਲੇ ਨਹੀਂ ਹਨ। ਮੰਨ ਲੈਂਦੇ ਹਾਂ ਕਿ ਅਸੀਂ ਕੋਈ ਸੇਲ ਕੀਤੀ ਹੈ ਉਧਾਰ, ਔਰ ਸਾਨੂੰ ਉਹ ਪੈਸੇ ਜਿਹੜੇ ਹੈ 5,000 ਰੁਪਏ 1-2 ਦਿਨਾਂ ਦੇ ਬਾਅਦ ਮਿਲਣੇ ਹਨ, ਪਰੰਤੂ ਸਾਨੂੰ ਅੱਜ ਹੀ ਪਤਾ ਹੈ ਕਿ ਸਾਨੂੰ 5,000 ਰੁਪਏ ਮਿਲਣੇ ਹਨ। ਤਾਂ ਸਾਡਾ ਜੋ ਰਿਸੀਵੇਬਲ ਹੈ ਉਸ ਦੀ ਵੈਲਿਊ ਵੀ ਸਾਨੂੰ ਪਤਾ ਹੈ। ਤਾਂ ਇਹਦਾ ਮਤਲਬ ਲੈਣ ਦੇਣ ਦਾ ਮਾਪ ਸਾਨੂੰ ਪਤਾ ਲੱਗ ਗਿਆ। ਤਾਂ ਜੇ ਲੈਣ ਦੇਣ ਦਾ ਮਾਪ ਸਾਨੂੰ ਪਤਾ ਹੈ ਵੀ ਇਸ ਵਿੱਚ ਕਿੰਨੇ ਪੈਸੇ ਹੈ, ਤਾਂ ਅਸੀਂ ਇਸ ਨੂੰ ਵੀ ਕੀ ਮੰਨਾਂਗੇ, ਟ੍ਰਾਂਜੈਕਸ਼ਨ ਮੰਨਾਂਗੇ ਔਰ ਕਿਤਾਬਾਂ ਦੇ ਵਿੱਚ ਰਿਕਾਰਡ ਕਰਾਂਗੇ। ਐਸੇ ਤਰੀਕੇ ਨਾਲ ਕੁਝ ਖਰਚੇ ਇਹੋ ਜਿਹੇ ਹੈ ਜਿਹੜੇ ਹਜੇ ਪੇ ਨਹੀਂ ਕੀਤੇ, ਦੇਣ ਯੋਗ ਹੋ ਗਏ ਹੈ ਪਰ ਹਜੇ ਇਸ ਦਾ ਭੁਗਤਾਨ ਨਹੀਂ ਕੀਤਾ। ਮੰਨ ਲੈਂਦੇ ਹਾਂ ਕਿ ਇੱਕ ਲੜਕਾ ਸਾਡੇ ਕੋਲ ਕੰਮ ਕਰ ਰਿਹਾ ਹੈ, ਅਸੀਂ ਉਸ ਨੂੰ ਜਿਹੜਾ ਹੈ 10,000 ਰੁਪਇਆ ਤਨਖਾਹ ਦਿੰਦੇ ਹਾਂ ਔਰ ਮਹੀਨਾ ਪੂਰਾ ਹੋਣ ਦੇ ਬਾਵਜੂਦ ਹਜੇ ਅਸੀਂ ਉਹਨੂੰ ਤਨਖਾਹ ਨਹੀਂ ਦਿੱਤੀ। ਹੁਣ ਉਹ ਤਨਖਾਹ ਦੇਣਯੋਗ ਹੋ ਚੁੱਕੀ ਹੈ ਕਿਉਂਕਿ ਉਹਨੇ ਮਹੀਨਾ ਪੂਰਾ ਕੰਮ ਕਰ ਚੁੱਕਿਆ ਹੈ। ਅਸੀਂ ਉਹ ਤਨਖਾਹ ਦਿੱਤੀ ਨਹੀਂ ਹੈ ਲੇਕਿਨ ਉਹ ਦੇਣਯੋਗ ਹੈ। ਤਾਂ ਇਸ ਦੇਣਯੋਗ ਦਾ ਖਰਚਾ ਵੀ ਸਾਨੂੰ ਬਿਲਕੁਲ ਕਲੀਅਰ ਪਤਾ ਹੈ ਕਿ ਇਹ 10,000 ਰੁਪਏ ਸਾਡੇ ਕੋਲੋਂ ਜਾਣ ਵਾਲੇ ਹੈ। ਤਾਂ ਇਸ ਦਾ ਮਤਲਬ ਇਸ ਲੈਣ ਦੇਣ ਦੇ ਵਿੱਚ ਵੀ ਸਾਡੇ ਕੋਲ ਵੈਲਿਊ ਹੈ। ਤਾਂ ਜਦੋਂ ਸਾਡੇ ਕੋਲ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਵੈਲਿਊ ਹੈ, ਚਾਹੇ ਪ੍ਰਾਪਤੀਆਂ ਹੋ ਚੁੱਕੀਆਂ ਜਾਂ ਪੇਮੈਂਟਾਂ ਕਰ ਚੁੱਕੇ ਆ ਜਾਂ ਹਜੇ ਕਰਨੀ ਹੈ ਜਾਂ ਆਉਣ ਵਾਲੇ ਪੈਸੇ ਹੈ, ਤਾਂ ਇਹਨਾਂ ਚਾਰਾਂ ਦੇ ਵਿੱਚ ਸਿਰਫ ਇੱਕ ਚੀਜ਼ ਹੀ ਦੇਖਣੀ ਹੈ ਕਿ ਕੀ ਸਾਨੂੰ ਇਹਨਾਂ ਦੀ ਵੈਲਿਊ ਪਤਾ ਹੈ, ਇਸ ਲੈਣ ਦੇਣ ਦੇ ਵਿੱਚ ਕੋਈ ਮਾਪ ਹੈ, ਉਸਦੇ ਪੈਸੇ ਕਿੰਨੇ ਇਨਵੋਲਵਡ ਹਨ। ਤਾਂ ਅਸੀਂ ਉਸ ਦੇ ਹਿਸਾਬ ਨਾਲ ਅਗਰ ਉਹ ਪੈਸੇ ਹਨ ਤਾਂ ਅਸੀਂ ਇਸ ਨੂੰ ਕਿਤਾਬਾਂ ਦੇ ਵਿੱਚ ਸ਼ਾਮਲ ਕਰਾਂਗੇ। ਅਸੀਂ ਜੇਕਰ ਇਸ ਲੜਕੇ ਨੂੰ ਕਹਿੰਦੇ ਹਾਂ ਕਿ ਤੁਸੀਂ ਸ਼ਾਬਾਸ਼, ਤੂੰ ਬਹੁਤ ਅੱਛਾ ਕੰਮ ਕੀਤਾ, ਤਾਂ ਇਹ ਕਹਿਣ ਦੇ ਵਿੱਚ ਕਿ ਬਹੁਤ ਅੱਛਾ ਕੰਮ ਕੀਤਾ, ਸ਼ਾਬਾਸ਼, ਕੋਈ ਪੈਸਾ ਇਨਵੋਲਵਡ ਨਹੀਂ ਹੋਇਆ, ਕੋਈ ਸ਼ਾਮਲ ਨਹੀਂ ਹੈ, ਤਾਂ ਇਸ ਨੂੰ ਅਸੀਂ ਲੈਣ ਦੇਣ ਨੂੰ ਕਿਤਾਬਾਂ ਵਿੱਚ ਸ਼ਾਮਲ ਨਹੀਂ ਕਰਾਂਗੇ। ਪਰ ਜੇ ਅਸੀਂ ਕਹਿੰਦੇ ਹਾਂ ਕਿ ਤੂੰ ਬਹੁਤ ਅੱਛਾ ਕੰਮ ਕੀਤਾ, ਤੈਨੂੰ 2,000 ਰੁਪਏ ਬੋਨਸ ਦਿੱਤਾ ਜਾਏਗਾ, ਤਾਂ ਹੁਣ ਇਸ ਲੈਣ ਦੇਣ ਦੇ ਵਿੱਚ ਪੈਸੇ ਸ਼ਾਮਲ ਹੋ ਗਏ। 2,000 ਰੁਪਏ ਦਾ ਇਹ ਲੈਣ ਦੇਣ ਹੋਣ ਜਾ ਰਿਹਾ ਹੈ, ਅਸੀਂ ਉਹਨੂੰ 2,000 ਰੁਪਏ ਐਕਸਟਰਾ ਦੇਣ ਜਾ ਰਹੇ ਹਾਂ। ਤਾਂ ਫਿਰ ਇਹ 2,000 ਰੁਪਏ ਜਿਹੜੇ ਨੇ ਇਹ ਮਾਪ ਹੋਣ ਕਰਕੇ ਲੈਣ ਦੇਣ ਦੇ ਵਿੱਚ ਇਸ ਨੂੰ ਕਿਤਾਬਾਂ ਦੇ ਵਿੱਚ ਰਿਕਾਰਡ ਕੀਤਾ ਜਾਏਗਾ। ਇਹ ਟ੍ਰਾਂਜੈਕਸ਼ਨ ਬਣ ਗਈ ਹੈ। ਤਾਂ ਇਸ ਤਰੀਕੇ ਨਾਲ ਮਨੀ ਮੈਜ਼ਰਮੈਂਟ ਕਨਸੈਪਟ ਦਾ ਬਿਲਕੁਲ ਕਲੀਅਰ ਸਾਨੂੰ ਪਤਾ ਹੈ ਕਿ ਸਿਰਫ ਉਹੀ ਲੈਣ ਦੇਣ ਨੂੰ ਕਿਤਾਬਾਂ ਵਿੱਚ ਰਿਕਾਰਡ ਕਰਨਾ ਹੈ ਜਿਨ੍ਹਾਂ ਦੇ ਵਿੱਚ ਅਸੀਂ ਉਹਨਾਂ ਦੀ ਵੈਲਿਊ ਪਤਾ ਕਰ ਸਕਦੇ ਹਾਂ। ਹੁਣ ਇਹ ਵੈਲਿਊ ਇੰਡੀਆ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ
ਤਾਂ ਇਹ ਵੈਲਿਊ ਪੈਸਿਆਂ ਦੇ ਵਿੱਚ ਹੈ, ਰੁਪੀਸ 'ਚ ਹੈ, ਰਾਈਟ। ਅਗਰ ਅਸੀਂ ਇੱਥੇ USA ਵਿੱਚ ਇਹੀ ਕੰਮ ਕਰ ਰਹੇ ਹੋਈਏ ਤਾਂ ਉੱਥੇ ਇਹ ਡਾਲਰ ਬਣ ਜਾਣਗੇ, ਜਾਂ ਕਿਸੇ ਹੋਰ ਕਰੰਸੀ ਵਿੱਚ ਕਰ ਰਹੀਏ ਤਾਂ ਇਹ ਉਸ ਦੇਸ਼ ਦੀ ਕਰੰਸੀ ਦੇ ਵਿੱਚ ਬਦਲ ਜਾਣਗੇ। ਪਰ ਮੁੱਖ ਨਿਯਮ ਜਿਹੜਾ ਹੈ ਉਹ ਸੇਮ ਹੀ ਰਹੇਗਾ, ਉਹਦੇ ਵਿੱਚ ਬਦਲਾਅ ਨਹੀਂ ਆਏਗਾ। ਕਰੰਸੀ ਜਿਹੜੀ ਹੈ ਉਹ ਅਲੱਗ-ਅਲੱਗ ਦੇਸ਼ ਦੀ ਅਲੱਗ ਹੋ ਸਕਦੀ ਹੈ, ਪਰ ਕਨਸੈਪਟ ਜਿਹੜਾ ਉਹੀ ਹੈ ਕਿ ਅਸੀਂ ਸਿਰਫ ਉਹਨਾਂ ਨੂੰ ਹੀ ਰਿਕਾਰਡ ਕਰਨਾ ਹੈ ਜਿਨ੍ਹਾਂ ਦੇ ਵਿੱਚ ਅਸੀਂ ਪੈਸਾ ਜਾਂ ਪੈਸੇ ਦਾ ਰੂਪ ਸ਼ਾਮਿਲ ਕਰ ਸਕਦੇ ਹੈਗੇ। तो ਇਹ ਸੀਗਾ ਮਨੀ ਮੈਜ਼ਰਮੈਂਟ ਕਨਸੈਪਟ ਜੋ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਇੱਕ ਕੁਐਸਚਨ ਗੁੱਡਸ ਬਾਰੇ ਪੁੱਛਿਆ ਗਿਆ ਸੀਗਾ ਕਿ ਕੀ ਅਸੀਂ ਉਹਨਾਂ ਕਿਸੇ ਗੁੱਡਸ ਨੂੰ ਨਾਮ ਦੇ ਨਾਲ ਪਹਿਚਾਨ ਸਕਦੇ ਹਾਂ ਕਿ ਜੇ ਮੰਨ ਲਓ ਅਸੀਂ ਐਗਜ਼ਾਮਪਲ ਲਈ ਸੀ ਕਿ ਪੈਟਰੋਲ ਡੀਜ਼ਲ ਜਦੋਂ ਇਹ ਨਾਮ ਆਣਗੇ ਤਾਂ ਹਮੇਸ਼ਾ ਇਹ ਗੁੱਡਸ ਹੀ ਹੋਣਗੀਆਂ, ਜਾਂ ਜਦੋਂ ਜਿਹੜਾ ਜਨਰੇਟਰ ਵਰਡ ਆਏਗਾ ਤਾਂ ਹਮੇਸ਼ਾ ਗੁੱਡਸ ਹੀ ਹੋਏਗਾ। ਤਾਂ ਬੱਚੋ ਇਸ ਦਾ ਆਨਸਰ ਹੈ ਨਹੀਂ। ਮੈਂ ਤੁਹਾਨੂੰ ਪਿਛਲੇ ਵੀਡੀਓ 'ਚ ਸਮਝਾਇਆ ਸੀ ਕਿ ਅਸੀਂ ਨਾਮ ਨਾਲ ਕਿਸੇ ਚੀਜ਼ ਨੂੰ ਸੰਬੰਧ ਨਹੀਂ ਕਰਨਾ ਅਕਾਊਂਟ ਦੇ ਵਿੱਚ। ਅਸੀਂ ਇਹ ਦੇਖਣਾ ਹੈ ਕਿ ਉਸ ਬਿਜ਼ਨਸ ਦਾ ਅਸੀਂ ਕਿਸ ਤਰ੍ਹਾਂ ਦੀ ਟ੍ਰੇਡਿੰਗ ਕਰ ਰਹੇ ਹਾਂ, ਉਸ ਬਿਜ਼ਨਸ ਵਿੱਚ ਅਸੀਂ ਕਿਹੜਾ ਕੰਮ ਕਰ ਰਹੇ ਹਾਂ, ਉਸ ਬਿਜ਼ਨਸ ਵਿੱਚ ਜੋ ਚੀਜ਼ ਦੀ ਅਸੀਂ ਟ੍ਰੇਡਿੰਗ ਕਰ ਰਹੇ ਹਾਂ ਉਹ ਚੀਜ਼ ਸਾਡੇ ਲਈ ਗੁੱਡਸ ਹੋਏਗੀ, ਦੂਸਰੇ ਬੰਦੇ ਲਈ ਉਹ ਗੁੱਡਸ ਨਹੀਂ ਹੋ ਸਕਦੀ। ਠੀਕ ਹੈ, ਜਿਵੇਂ ਅਸੀਂ ਅਗਰ ਟੀਵੀ ਦੇ ਕੋਈ ਇਲੈਕਟ੍ਰੋਨਿਕਸ ਦਾ ਕੰਮ ਹੈ, ਅਸੀਂ ਟੀਵੀ ਵੇਚ ਰਹੇ ਹਾਂ ਤਾਂ ਸਾਡੇ ਲਈ ਟੀਵੀ ਜਿਹੜਾ ਹੈ ਉਹ ਗੁੱਡਸ ਹੈ ਕਿਉਂਕਿ ਸਾਡਾ ਕੰਮ ਟੀਵੀ ਵੇਚਣਾ ਹੈ। ਲੇਕਿਨ ਅਗਰ ਕੋਈ ਬੰਦਾ ਪੈਟਰੋਲ ਪੰਪ ਵਾਲਾ ਟੀਵੀ ਖਰੀਦ ਕੇ ਲੈ ਕੇ ਜਾ ਰਿਹਾ ਹੈ ਤਾਂ ਉੱਥੇ ਟੀਵੀ ਗੁੱਡਸ ਨਹੀਂ ਹੈ। ਠੀਕ ਹੈ, ਤਾਂ ਉਹਦੇ ਲਈ ਟੀਵੀ ਗੁੱਡਸ ਨਹੀਂ ਹੈ ਕਿਉਂਕਿ ਉਹਨੇ ਟੀਵੀ ਵਰਤਣ ਲਈ ਖਰੀਦਿਆ। ਉਹਦੇ ਲਈ ਪੈਟਰੋਲ ਡੀਜ਼ਲ ਗੁੱਡਸ ਹੈ ਕਿਉਂਕਿ ਉਹ ਪੈਟਰੋਲ ਡੀਜ਼ਲ ਵੇਚ ਰਿਹਾ ਹੈ। ਅਸੀਂ ਪੈਟਰੋਲ ਡੀਜ਼ਲ ਇਲੈਕਟ੍ਰੋਨਿਕ ਵਾਲੇ ਨੇ ਪੈਟਰੋਲ ਡੀਜ਼ਲ ਖਰੀਦਿਆ ਤਾਂ ਉਹਦੇ ਲਈ ਗੁੱਡਸ ਨਹੀਂ ਹੈ ਕਿਉਂਕਿ ਉਸਨੇ ਉਹ ਆਪਣੀ ਗੱਡੀ 'ਚ ਪਾਉਣ ਲਈ, ਉਸਨੂੰ ਵਰਤਣ ਲਈ ਖਰੀਦਿਆ, ਵੇਚਣ ਲਈ ਨਹੀਂ ਖਰੀਦਿਆ। ਤਾਂ ਇਸ ਤਰੀਕੇ ਨਾਲ ਨਾਮ ਨਾਲ ਕੁਝ ਨਹੀਂ ਹੁੰਦਾ ਕਿ ਆਹ ਚੀਜ਼ ਗੁੱਡਸ ਹਨ ਜਾਂ ਨਹੀਂ ਹਨ। ਅਸੀਂ ਇਹ ਦੇਖਣਾ ਹੈ ਕਿ ਅਸੀਂ ਕਿਸ ਚੀਜ਼ ਦੀ ਟ੍ਰੇਡਿੰਗ ਕਰ ਰਹੇ ਹਾਂ। ਉਹ ਜਿਹੜਾ ਬੰਦਾ ਜਿਸ ਚੀਜ਼ ਦੀ ਟ੍ਰੇਡਿੰਗ ਕਰ ਰਿਹਾ, ਬਿਜ਼ਨਸ ਕਰ ਰਿਹਾ, ਉਸ ਲਈ ਉਹੀ ਗੁੱਡਸ ਹੋਣਗੀਆਂ, ਬਾਕੀ ਲਈ ਉਹ ਗੁੱਡਸ ਨਹੀਂ ਹੋਣਗੀਆਂ। ਤਾਂ ਉਮੀਦ ਹੈ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ। ਔਰ ਤੀਸਰਾ ਜਿਹੜਾ ਆਪਾਂ ਡਿਸਕਸ ਕੀਤਾ ਸੀਗਾ ਪਰਚੇਜ਼ ਬਾਰੇ ਵੀ, ਤਾਂ ਉਸ ਦੇ ਆਪਾਂ ਹੋਰ ਥੋੜਾ ਐਕਸਟੈਂਡ ਕਰਦੇ ਹਾਂ। ਆਪਾਂ ਗੱਲ ਕਹੀ ਸੀ ਕਿ ਪਰਚੇਜ਼ ਉਹ ਹੁੰਦੀਆਂ ਨੇ ਜਦੋਂ ਅਸੀਂ ਗੁੱਡਸ ਜਿਹੜੀਆਂ ਨੇ ਉਹ ਖਰੀਦਦੇ ਹਾਂ, ਯਾਨੀ ਕਿ ਉਹ ਮਾਲ ਖਰੀਦਦੇ ਹਾਂ ਜਿਸ ਨੂੰ ਅਸੀਂ ਵੇਚਣਾ ਹੈ। ਹੋਰ ਕਿਸੇ ਚੀਜ਼ ਨੂੰ ਅਸੀਂ ਪਰਚੇਜ਼ ਵਰਡ ਯੂਜ਼ ਨਹੀਂ ਕਰਦੇਗੇ। ਤਾਂ ਪਰਚੇਜ਼ ਅਸੀਂ ਗੱਲ ਕੀਤੀ ਸੀ ਕਿ ਕੈਸ਼ ਪਰਚੇਜ਼ ਹੁੰਦੀ ਹੈ ਜਦੋਂ ਅਸੀਂ ਸਾਡੇ ਕੋਲ ਮਾਲ ਤਾਂ ਆ ਜਾਂਦਾ ਹੈ ਔਰ ਪੈਸੇ ਜਿਹੜੇ ਸਾਡੇ ਕੋਲੋਂ ਚਲੇ ਜਾਂਦੇ ਆ। ਇਹਨਾਂ ਦਾ ਮਤਲਬ ਇੱਥੇ ਬੱਚੇ ਹੈ ਕਿ ਸਾਡੇ ਬਿਜ਼ਨਸ 'ਚ ਆਣਾ, ਔਰ ਆਊਟ ਦਾ ਮਤਲਬ ਹੈ ਸਾਡੇ ਬਿਜ਼ਨਸ ਵਿੱਚੋਂ ਜਾਣਾ। ਤਾਂ ਗੁੱਡਸ ਆ ਗਈਆਂ, ਮਾਲ ਆ ਗਿਆ, ਪੈਸੇ ਚਲੇ ਗਏ, ਅਸੀਂ ਉਹਨੂੰ ਕਿਹਾ ਕੈਸ਼ ਪਰਚੇਜ਼। ਹੁਣ ਅਸੀਂ ਇੱਕ ਐਗਜ਼ਾਮਪਲ ਸੋਚਦੇ ਹਾਂ ਕਿ ਮੰਨ ਲਓ ਅਸੀਂ ਬਾਜ਼ਾਰ ਜਾਂਦੇ ਹਾਂ, ਉੱਥੇ ਜਾ ਕੇ ਅਸੀਂ ਕਿਸੇ ਦੁਕਾਨ ਤੇ ਗਏ ਔਰ ਅਸੀਂ ਉਸਨੂੰ ਪੈਸੇ ਦਿੱਤੇ ਔਰ ਉਸ ਤੋਂ ਕੋਈ ਜਿਹੜੀ ਹੈ ਵਸਤੂ ਪ੍ਰੋਡਕਟ ਲੈ ਲਿਆ। ਤਾਂ ਇਸ ਪ੍ਰਕਿਰਿਆ ਦੇ ਵਿੱਚ ਦੁਕਾਨਦਾਰ ਕੀ ਤੁਹਾਡਾ ਨਾਮ ਪੁੱਛਦਾ ਹੈ, ਤੁਹਾਨੂੰ ਇਹ ਪੁੱਛਦਾ ਕਿ ਤੁਸੀਂ ਕਿੱਥੋਂ ਆਏ ਹੋ। ਉਹ ਜ਼ਿਆਦਾ ਡਿਟੇਲ ਨਹੀਂ ਪੁੱਛਦਾ। ਕਿਉਂ ਨਹੀਂ ਪੁੱਛਦਾ? ਕਿਉਂਕਿ ਉਸਨੂੰ ਪੈਸੇ ਮਿਲ ਗਏ, ਉਹਨੇ ਤੁਹਾਨੂੰ ਸਮਾਨ ਦਿੱਤਾ ਤਾਂ ਉਹ ਪ੍ਰੋਸੈਸ ਪੂਰੀ ਹੋ ਗਈ। ਪਰੰਤੂ ਜੇਕਰ ਅਸੀਂ ਇਹੀ ਮਾਲ ਉਸ ਤੋਂ ਉਧਾਰ ਖਰੀਦੀਏ ਤਾਂ ਫਿਰ ਕੀ ਹੋਏਗਾ? ਫਿਰ ਉਹ ਤੁਹਾਡੀ ਪੂਰੀ ਡਿਟੇਲ ਤੁਹਾਡੇ ਤੋਂ ਮੰਗੇਗਾ। ਉਹ ਤੁਹਾਨੂੰ ਕਹੇਗਾ ਕਿ ਤੁਸੀਂ ਕਿਸ ਪਿੰਡ ਤੋਂ ਆਏ ਹੋ, ਤੁਸੀਂ ਕੀ ਕੰਮ ਕਰਦੇ ਹੋ, ਜਾਂ ਤੁਹਾਨੂੰ ਕੌਣ ਜਾਣਦਾ ਹੈ, ਪੂਰਾ ਐਡਰੈਸ ਕੀ ਹੈ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੀ ਚੀਜ਼ਾਂ ਤੁਹਾਡੀ ਜਾਣਕਾਰੀ ਉਹ ਲਏਗਾ ਕਿਉਂਕਿ ਤੁਹਾਨੂੰ ਉਹ ਉਧਾਰ ਜਿਹੜਾ ਮਾਲ ਦੇ ਰਿਹਾ ਔਰ ਬਾਅਦ 'ਚ ਤੁਹਾਨੂੰ ਤੋਂ ਉਹਨੇ ਪੈਸੇ ਲੈਣੇ ਹੈ, ਔਰ ਇਹ ਸਾਰੀ ਜਾਣਕਾਰੀ ਉਹ ਆਪਣੇ ਕੋਲ ਰਿਕਾਰਡ ਕਰਦਾ ਹੈ। ਤਾਂ ਇਸ ਦਾ ਮਤਲਬ ਹੈ ਕਿ ਜਦੋਂ ਅਸੀਂ ਉਧਾਰ ਖਰੀਦਦੇ ਹਾਂ ਤਾਂ ਅਸੀਂ ਉਹਦਾ ਕੀ ਕਰਦੇ ਹਾਂ ਕਿ ਸਾਡੇ ਕੋਲ ਮਾਲ ਤਾਂ ਆ ਜਾਂਦਾ ਹੈ ਲੇਕਿਨ ਅਸੀਂ ਪੈਸੇ ਹਜੇ ਨਹੀਂ ਦਿੰਦੇ। ਤਾਂ ਪੈਸੇ ਬਾਅਦ ਵਿੱਚ ਦੇਣ ਕਰਕੇ ਅਸੀਂ ਉਸ ਜੋ ਇਨਸਾਨ ਤੋਂ ਮਾਲ ਖਰੀਦਿਆ ਗਿਆ, ਜੋ ਜਿਸ ਬਿਜ਼ਨਸ ਤੋਂ ਅਸੀਂ ਉਹ ਖਰੀਦਿਆ, ਉਸ ਨੂੰ ਉਸਦੀ ਡਿਟੇਲ ਨੂੰ ਕਿਤਾਬਾਂ ਦੇ ਵਿੱਚ ਨੋਟ ਕਰਦੇ ਹਾਂ। ਔਰ ਅਸੀਂ ਇਹ ਗੱਲ ਕਹੀ ਸੀ ਕਿ ਉਹ ਸਾਡੇ ਉੱਪਰ ਇੱਕ ਤਰ੍ਹਾਂ ਦਾ ਕਰਜ਼ਾ ਜਿਹੜਾ ਹੈ ਉਹ ਚੜ ਜਾਂਦਾ ਹੈ। ਤਾਂ ਜਿਹੜੀ ਉਹ ਡਿਟੇਲ ਅਸੀਂ ਨੋਟ ਕਰਦੇ ਹਾਂ ਉਸ ਪਰਸਨ ਦੀ ਜਿਸ ਤੋਂ ਅਸੀਂ ਜਿਹੜਾ ਹੈ ਬਿਜ਼ਨਸ ਦੀ ਜਿਸ ਤੋਂ ਅਸੀਂ ਮਾਲ ਜਿਹੜਾ ਹੈ ਉਹ ਖਰੀਦਿਆ ਸੀਗਾ, ਉਸ ਨੂੰ ਅਸੀਂ ਵਰਡ ਯੂਜ਼ ਕਰਦੇ ਹਾਂ, ਉਸਦੀ ਟਰਮ ਯੂਜ਼ ਕਰਦੇ ਹਾਂ ਕ੍ਰੈਡੀਟਰਸ। ਕ੍ਰੈਡੀਟਰਸ ਤੋਂ ਭਾਵ ਹੈ ਉਹ ਪਰਸਨਸ, ਉਹ ਲੋਕ, ਉਹ ਬਿਜ਼ਨਸ ਜਿਨ੍ਹਾਂ ਤੋਂ ਅਸੀਂ ਉਧਾਰ ਮਾਲ ਖਰੀਦਿਆ। ਇਹਨਾਂ ਨੂੰ ਪੰਜਾਬੀ ਦੇ ਵਿੱਚ ਅਸੀਂ ਲੈਣਦਾਰ ਵੀ ਆਖਦੇ ਹਾਂ, ਲੈਣਦਾਰ, ਕਿਉਂਕਿ ਇਹਨਾਂ ਲੋਕਾਂ ਨੇ ਸਾਡੇ ਕੋਲੋਂ ਪੈਸੇ ਲੈਣੇ ਹਨ, ਅਸੀਂ ਇਹਨਾਂ ਦੇ ਪੈਸੇ ਦੇਣੇ ਹਨ। ਅਸੀਂ ਇਹਨਾਂ ਤੋਂ ਉਧਾਰ ਮਾਲ ਖਰੀਦਿਆ, ਇਸ ਕਰਕੇ ਉਹਨਾਂ ਨੇ ਸਾਡੇ ਕੋਲੋਂ ਪੈਸੇ ਲੈਣੇ ਹਨ, ਤਾਂ ਉਹ ਸਾਡੇ ਲੈਣਦਾਰ ਹਨ ਜਾਂ ਕ੍ਰੈਡੀਟਰਸ ਹਨ। ਹੁਣ ਇੱਕ ਬਿਜ਼ਨਸ ਵਿੱਚ ਬਹੁਤ ਸਾਰੇ ਕ੍ਰੈਡੀਟਰ ਹੋ ਸਕਦੇ ਆ। ਮੰਨ ਲੈਂਦੇ ਹਾਂ ਕਿ ਅਸੀਂ ਕਿਸੇ A ਕੋਲੋਂ 20,000 ਰੁਪਏ ਦੀਆਂ ਗੁੱਡਸ ਜਿਹੜੀਆਂ ਉਹ ਬਾਈ ਕੀਤੀਆਂ ਔਰ B ਕੋਲੋਂ ਅਸੀਂ ਜਿਹੜਾ ਉਹ 15,000 ਰੁਪਏ ਦਾ
माल जिहड़ा है वो खरीदिया और सी कोलों 5000 रुपए का माल खरीदिया तो असी टोटल जिहड़ा माल है वो 40,000 रुपए का उधार खरीदिया। तो उसमें आप किवें कवांगे, असी कवांगे ए क्रेडिटर है उसे असी 20,000 देने हैं, बी भी क्रेडिटर है असी उसे 15,000 देने हैं, सी भी क्रेडिटर है असी उसे 5,000 देने हैं। लेकिन अगर आप टोटल की गल करिए तो मैं कहांगा मेरे को जो टोटल क्रेडिटर्स हैं यानी कि मैं टोटल जो पैसा देना है वो है 40,000 रुपया। ठीक है, तो इस तरीके नाल एक लिस्ट बना ली। इस लिस्ट में जो टोटल अमाउंट आई है उन्होंने असीं कहने हैं टोटल क्रेडिटर और एक शब्द होर अंग्रेजी वरतदे हैं असीं कहने हैं सन्ड्री क्रेडिटर्स। तो जो पूरी लिस्ट है वो आप अलग अलग नाम ना लैके जो टोटल रकम की गल करनी है तो असीं उत्थे यूज करांगे सन्ड्री क्रेडिटर। सन्ड्री शब्द का भाव हो गया कि बहुत सारे। ठीक है, तो असीं कुल अमाउंट जिहड़ी देनी है वो साडी जिहड़ी है वो सन्ड्री क्रेडिटर्स मनी जाएगी या टोटल क्रेडिटर्स भी कई बार असीं यूज करते हैं। तो क्रेडिटर्स हो गए लैंडर जिन्होंने साडे कोलों पैसे लेने हैं। क्यों लेने हैं? क्योंकि इस कोलों उधार माल खरीदे है। और लिस्ट ऑफ क्रेडिटर्स की होगी सन्ड्री क्रेडिटर्स। नैक्सट इस तरीके नाल जदों असीं माल वेचदे हां, जेकर असीं नगद माल वेचे साडे कोल माल तो चला गया तो उसकी थां ते पैसे चाहे ऑनलाइन या अकाउंट या चैक नाल आ गए तो फिर गल कंप्लीट हो जाती है। सानू ज़्यादा डिटेल गाहक दियां लिखनियां नहीं पैंदियां। असीं इसनूं किहा सी कैश सेल्स, पैसे आ गए माल चला गया साडी प्रोसैस पूरी है। असीं गाहक दी डिटेल नहीं लिखते। हाँ, परचेज वेले या सेल वेले भी जो असीं कैश की गल की है तो कुछ कानून है अपने कोल जीएसटी है तो उसके अनुसार कुछ जानकारी सानू डिपार्टमेंट्स नूं देनी पैंदी है। वो असीं जरूर नोट करते हैं। वो आप उस बारे जो इन्हां बारे गल करांगे उस समय समझांगे। पर फिलहाल आप सिर्फ ये कहांगे कि कैश सेल वेले सानू गाहक की ज़्यादा जानकारी लैण की लोड़ नहीं पैंदी क्योंकि सानू पैसे नाल दी नाल मिल गए हैं। लेकिन अगर असीं उधार माल बेच रहे हैं फिर की हुंदा है? फिर आपां माल तो भेज दिंदे आ पर जिहड़े साडे कोल पैसे है वो नहीं आते तो फिर सानू उस तरीके नाल उस गाहक की पूरी जानकारी लिखनी पैंदी है। तो अजिहे परसनस नूं अजिहे गाहकां नूं असीं नाम दिंदे आ डेटर्स दा, डेटर्स। ठीक है, तो डेटर्स वो पंजाबी च की कहंदे इन्हां नूं देनदार। ये वो लोग है जिन्हां ने साडे पैसे देने हैं। क्यों देने हैं? क्योंकि वो साडे कोलों उधार माल लैके गए है। हुण बहुत सारे बच्चों को कन्फ्यूजन हो जाती है कई बार लैनदार देनदार या डेटर क्रेडिटर्स के विच। तो तुहानूं मैं एक एग्जाम्पल दिना जिद्दां तुहानूं थोड़ा समझण च क्लैरिटी आ जाएगी और तुसीं इसनूं किवें करना है। जो असीं अकाउंट्स की गल करते हैं तो असीं हमेशा सामने वाले बंदे नाल साडा की संबंध है उस ते असीं गल करनी है। मान लो तुसीं बाजार अपने एक दोस्त नाल गए हो, उत्थे तुहाडे चाचा जी तुहानूं मिल गए। हुण तुसीं अपने दोस्त नूं उन्हां दे नाल मिलाना है, तुसीं किवें मिलाओगे? तुसीं की कहने हो? तुसीं कहने हो ये मेरे चाचा जी हैं। तुसीं ये नहीं कहते कि मैं इन्हां दा भतीजा हाँ। तो की पॉइंट है कि ये मेरे चाचा जी हैं, यानी कि उन्हां नाल तुहाडा की संबंध है वो तुसीं दसदे हो। ठीक है, पर असीं मैं अपने वालों मैं उन्हां दा भतीजा हाँ इस तरह की कोई गल नहीं करनी। बस उन्हां नाल सामने नाल साडा की संबंध है असीं उस पॉइंट ऑफ व्यू तो गल करते हैं। इसे तरीके नाल असीं डेटर की गल करते हैं कि वो साडे देनदार हैं। सामने वाले साडे कौन हैं? देनदार, क्योंकि उन्होंने साडे पैसे देने हैं। ठीक है, मैं की हाँ इस बारे आपां ने गल की। मैं नहीं कि मैं भतीजा हाँ, मैं क्या सामने वाले साडे चाचा जी हैं। इसे तरीके नाल सामने वाले साडे डेटर्स हैं, देनदार हैं। सामने वाले साडे लैनदार हैं, उन्होंने साडे पैसे लेने हैं, क्रेडिटर्स हैं। तो इस तरीके नाल सामने वाले साडे कौन हैं आपां उसकी गल करनी है तो भुलेखा नहीं पेगा। तो जो असीं कहांगे देनदार इसदा मतलब सामने वाले देनदार हैं। क्यों देने हैं उन्होंने पैसे? क्योंकि उन्होंने साडे कोलों उधार माल खरीदे। सामने वाले लैनदार हैं। क्यों लैनदार हैं? क्रेडिटर हैं क्योंकि उन्होंने असीं उन्हां तों उधार माल खरीदिया होया है। ठीक है, असीं उन्हां दे पैसे देने हैं, उन्होंने साडे तों पैसे लेने हैं। तो सामने वाले की आपां संबंध जिहड़ी है वो गल करदे हैगे आ। हुण एक गल इत्थे होर नोट करने वाली बच्चों, डेटर और क्रेडिटर ਜਿਹੜੇ ਹੈ ਉਹਨਾਂ ਦਾ ਵੀ ਸੰਬੰਧ ਜਿਹੜਾ ਉਹ ਮਾਲ ਨਾਲ ਹੈ, ਬਿਜ਼ਨਸ ਨਾਲ ਹੈ। ਡੈਟਰ और ਕ੍ਰੈਡਿਟਰ ਉਦੋਂ ਹੀ ਬਣਾਏ ਜਾਂਦੇ ਹਨ ਜਦੋਂ ਅਸੀਂ ਉਹਨਾਂ ਤੋਂ ਉਧਾਰ ਮਾਲ ਖਰੀਦਿਆ ਹੈ ਜਾਂ ਵੇਚਿਆ ਹੈ। ਅਗਰ ਆਪਾਂ ਇਸ ਤੋਂ ਬਿਨਾਂ ਕੋਈ ਹੋਰ ਲੈਣ ਦੇਣ ਕਰਕੇ ਪੈਸੇ ਲੈਣੇ ਜਾਂ ਦੇਣੇ ਹਨ ਤਾਂ ਉਸ ਨੂੰ ਡੈਟਰ ਕ੍ਰੈਡਿਟਰ ਦੀ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਆਪਾਂ ਕੱਲ ਐਗਜ਼ਾਮਪਲ ਲਈ ਸੀ ਕਿ ਮੰਨ ਲੈਂਦੇ ਹਾਂ ਕਿ ਸਾਡੀ ਗਾਰਮੈਂਟਸ ਦੀ ਸ਼ਾਪ ਹੈ। ਅਗਰ ਕੋਈ ਬੰਦਾ ਸਾਡੇ ਕੋਲੋਂ 10,000 रुपए ਦੇ ਯੂਨੀਫਾਰਮ ਉਧਾਰ ਲੈ ਗਿਆ
ਤਾਂ ਅਸੀਂ ਜ਼ਰੂਰ ਕਵਾਂਗੇ ਕਿ ਉਹ ਸਾਡੇ ਡੈਟਰਸ ਹਨ। ਲੇਕਿਨ ਅਗਰ ਮੰਨ ਲਓ ਤੁਹਾਡਾ ਕੋਈ ਦੋਸਤ ਆਇਆ और ਤੁਹਾਨੂੰ ਕਹਿੰਦਾ ਕਿ ਮੈਨੂੰ ਜਿਹੜਾ ਹੈ ਉਹ 10,000 ਰੁਪਏ ਦੀ ਲੋੜ ਹੈ, ਥੋੜੇ ਦਿਨ ਬਾਅਦ ਮੈਂ ਵਾਪਸ ਕਰ ਦਾਂਗਾ, ਔਰ ਇਸ ਕਰਕੇ ਤੁਹਾਡੇ ਕੋਲੋਂ 10,000 ਰੁਪਏ ਮੰਗ ਕੇ ਲੈ ਗਿਆ, ਤਾਂ ਕੀ ਉਹ ਡੈਟਰਸ ਹਨ? ਨਹੀਂ, ਉਹ ਡੈਟਰਸ ਨਹੀਂ ਹਨ। ਉਹਨਾਂ ਨੂੰ ਡੈਟਰ ਦੀ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ ਕਿਉਂਕਿ ਅਸੀਂ ਉਹਨਾਂ ਨੂੰ ਕੋਈ ਮਾਲ ਇੱਥੇ ਨਹੀਂ ਵੇਚਿਆ ਹੈ। ਤਾਂ ਸਿਰਫ ਡੈਟਰ ਦੇ ਕ੍ਰੈਡੀਟਰ ਉਦੋਂ ਹੀ ਬਣਦੇ ਹਨ ਜਦੋਂ ਅਸੀਂ ਮਾਲ ਖਰੀਦਿਆ ਹੈ ਜਾਂ ਵੇਚਿਆ ਹੈ। ਉਸ ਤੋਂ ਬਿਨਾਂ ਕੋਈ ਲੈਣ ਦੇਣ ਹੋਇਆ ਹੈ ਤਾਂ ਉਸ ਨੂੰ ਇਹਨਾਂ ਥਾਂ ਤੇ ਰਿਕਾਰਡ ਨਹੀਂ ਕਰਨਾ। ਉਹ ਕਿਵੇਂ ਕਰਨਾ ਹੈ ਉਹ ਆਪਾਂ ਅੱਗੇ ਸਮਝਾਂਗੇ, ਪਰ ਉਹਨਾਂ ਨੂੰ ਡੈਟਰ ਕ੍ਰੈਡੀਟਰ ਦੀ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਹੈ। ਹਾਂ, ਜੇਕਰ ਮੇਰਾ ਕੰਮ ਹੀ ਕਿਸੇ ਨੂੰ ਉਧਾਰ ਦੇਣਾ ਹੈ, ਅਸੀਂ ਬਿਜ਼ਨਸ ਕਰ ਰਹੇ ਹਾਂ, ਤਾਂ ਫਿਰ ਜੇ ਕੋਈ ਪੈਸੇ ਮੰਗ ਕੇ ਲੈ ਕੇ ਗਿਆ ਤਾਂ ਫਿਰ ਉਹ ਜ਼ਰੂਰ ਸਾਡੇ ਡੈਟਰ ਹੋਣਗੇ। ਤਾਂ ਕੰਮ ਸਾਡਾ ਕੀ ਹੈ ਇਸ ਦੇ ਉੱਪਰ ਡਿਪੈਂਡ ਕਰਦਾ ਹੈ, ਔਰ ਉਸ ਕੰਮ ਨਾਲ ਸੰਬੰਧਿਤ ਡੈਟਰ ਕ੍ਰੈਡੀਟਰ ਜਿਹੜੇ ਹੈ ਉਹ ਬਣਨੇ ਆ। ਔਰ ਇਸੇ ਤਰੀਕੇ ਨਾਲ ਜਦੋਂ ਅਸੀਂ ਡੈਟਰ ਦੀ ਲਿਸਟ ਬਣਾਉਂਦੇ ਆ, ਜਿਵੇਂ ਆਪਾਂ ਕ੍ਰੈਡੀਟਰ ਦੀ ਲਿਸਟ ਬਣਾਈ ਸੀ, ਉਸੇ ਤਰੀਕੇ ਨਾਲ ਅਗਰ ਡੈਟਰ ਦੀ ਲਿਸਟ ਬਣਾਉਂਦੇ ਆ ਐਕਸ ਵਾਈ ਜ਼ੈਡ ਸਾਡੇ ਕੋਲ ਡੈਟਰਸ ਹੈ, ਤਾਂ ਇਸ ਦਾ ਜੋ ਟੋਟਲ ਹੋਏਗਾ ਉਸ ਨੂੰ ਅਸੀਂ ਕਵਾਂਗੇ ਸੰਡਰੀ ਡੈਟਰਸ। ਕੀ ਕਵਾਂਗੇ? ਸੰਡਰੀ ਡੈਟਰ। ਸੰਡਰੀ ਵਰਡ ਹੈ ਔਰ ਸੰਡਰੀ ਦੱਸਦਾ ਹੈ ਕਿ ਗਰੁੱਪ ਜਿਹੜਾ ਹੈ ਉਸ ਨੂੰ ਡਿਨੋਟ ਕਰਦਾ ਹੈ, ਉਸ ਨੂੰ ਰਿਪਰੈਜ਼ੈਂਟ ਕਰਦਾ ਹੈ। ਤਾਂ ਸੰਡਰੀ ਡੈਟਰ ਜਿਹੜੇ ਨੇ ਉਹ ਸਾਰਿਆਂ ਦੀ ਲਿਸਟ ਹੈ, ਟੋਟਲ ਹੈ, ਜਿਸ ਨੂੰ ਅਸੀਂ ਪੈਸੇ ਲੈਣੇ ਹੈ, ਸਾਡੇ ਦੇਣਦਾਰ ਹਨ। ਤਾਂ ਅੱਜਕੱਲ ਹੋਰ ਇੱਥੇ ਜਿਹੜੀ ਹੈ ਕਿ ਜਿਹੜੇ ਦੇਣਦਾਰ ਹਨ, ਜਿਵੇਂ ਅਸੀਂ ਕਿਹਾ ਸੀ ਕਿ ਲੈਣਦਾਰ ਸਾਡਾ ਕਰਜ਼ਾ ਹੈ, ਤਾਂ ਉਸ ਤਰੀਕੇ ਨਾਲ ਜੋ ਸਾਡਾ ਪੈਸਾ ਅਗਰ ਸਾਡੀ ਜੇਬ ਵਿੱਚ ਹੈ ਤਾਂ ਅਸੀਂ ਕਹਿੰਦੇ ਉਹ ਸਾਡਾ ਹੈ, ਉਹ ਮੇਰਾ ਹੈ, ਮੇਰੀ ਜਾਇਦਾਦ ਹੈ, ਮੇਰੀ ਪ੍ਰਾਪਰਟੀ ਹੈ, ਮੇਰੀ ਸੰਪत्ति ਹੈ। ਐਸੇ ਤਰੀਕੇ ਨਾਲ ਅਗਰ ਕੋਈ ਪੈਸਾ ਕਿਸੇ ਦੀ ਦੂਸਰੇ ਕੋਲੋਂ ਅਸੀਂ ਲੈਣਾ ਹੈ, ਯਾਨੀ ਕਿ ਪੈਸਾ ਸਾਡਾ ਹੈ ਲੇਕਿਨ ਹਜੇ ਦੂਸਰੇ ਦੀ ਜੇਬ ਵਿੱਚ ਪਿਆ ਹੈ, ਆਪਾਂ ਕਹਿ ਸਕਦੇ ਹਾਂ ਕਿ ਪੈਸਾ ਤਾਂ ਮੇਰਾ ਹੈ ਲੇਕਿਨ ਉਹਦੇ ਕੋਲ ਪਿਆ ਹੈ ਹਜੇ, ਤਾਂ ਉਹ ਵੀ ਮੇਰਾ ਪੈਸਾ ਹੀ ਹੈ, ਉਹ ਵੀ ਮੇਰਾ ਹੀ ਹੈ ਔਰ ਮੇਰੀ ਸੰਪत्ति ਹੈ। ਠੀਕ ਹੈ, ਤਾਂ ਡੈਟਰ ਵੀ ਜਿਹੜਾ ਹੈ ਉਹ ਸਾਡਾ ਹੀ ਪੈਸਾ ਹੈ ਜਿਹੜਾ ਅਸੀਂ ਉਹਨਾਂ ਕੋਲ ਲੈਣਾ ਹੈ, ਬਸ ਪਿਆ ਉਹਨਾਂ ਕੋਲ ਹੈ, ਇਸ ਕਰਕੇ ਉਹ ਪੈਸਾ ਵੀ ਆਪਣਾ ਹੀ ਮੰਨਣਾ ਹੈ, ਉਸ ਨੂੰ ਵੀ ਅਸੀਂ ਆਪਣੀ ਸੰਪत्ति ਮੰਨਣਾ ਹੈ, ਜਾਇਦਾਦ ਮੰਨਣਾ ਹੈ। ਤਾਂ ਇਹ ਸੀਗਾ ਡੈਟਰ ਔਰ ਕ੍ਰੈਡੀਟਰ ਦੇ ਬਾਰੇ। ਇਸ ਦੇ ਵਿੱਚ ਕਈ ਵਾਰ ਇੱਕ ਚੀਜ਼ ਹੋਰ ਹੁੰਦੀ ਹੈ ਕਿ ਕਈ ਵਾਰ ਅਸੀਂ ਕੁਝ ਪੈਸੇ ਸਾਡੇ ਹੈ ਜਿਹੜੇ ਉਧਾਰ ਮਾਲ ਵਿੱਚ ਹੈ ਉਹ ਡੁੱਬ ਜਾਂਦਾ ਹੈ, ਉਹ ਸਾਨੂੰ ਮਿਲਦਾ ਨਹੀਂ ਵਾਪਸ। ਕਿ ਕਾਰਨ ਕੀ ਹੋਇਆ ਕਿ ਉਹ ਗਾਹਕ ਜਿਹੜਾ ਹੈ ਚਲਾ ਗਿਆ, ਬਾਹਰ ਚਲਾ ਗਿਆ, ਜਾਂ ਉਹ ਦੇਣਯੋਗ ਚ ਹਾਲ ਚ ਨਹੀਂ ਹੈਗਾ। ਠੀਕ ਹੈ, ਉਹ ਕਿਸੇ ਵੀ ਕੋਈ ਕਾਰਨ ਹੋ ਗਿਆ ਕਿ ਹੁਣ ਉਹ ਸਾਡੇ ਪੈਸੇ ਮੁੱਕਰ ਗਿਆ, ਉਹ ਪੈਸੇ ਸਾਨੂੰ ਨਹੀਂ ਮਿਲਣ ਵਾਲਾ। ਤਾਂ ਅਜਿਹੇ ਪੈਸੇ ਲਈ ਇੱਕ ਸਪੈਸ਼ਲ ਵਰਡ ਅਸੀਂ ਵਰਤਦੇ ਹਾਂ, ਉਹਨੂੰ ਬੋਲਦੇ ਹਾਂ ਬੈਡ ਡੈਟਸ। ਬੈਡ ਡੈਟਸ ਇਹ ਉਹ ਪੈਸਾ ਹੈ ਜੋ ਸਾਨੂੰ ਰਿਕਵਰ ਨਹੀਂ ਹੋਣ ਜਾ ਰਿਹਾ, ਯਾਨੀ ਕਿ ਸਾਡੇ ਉਧਾਰ ਜਿਹੜੇ ਆ ਉਹ ਖਤਮ ਹੋ ਗਏ, ਸਾਨੂੰ ਇੱਕ ਤਰ੍ਹਾਂ ਦਾ ਲਾਸ ਜਿਹੜਾ ਹੈ, ਘਾਟਾ ਪੈ ਗਿਆ ਕਿ ਅਸੀਂ ਉਹ ਪੈਸੇ ਲੈਣੇ ਸੀ ਹੁਣ ਸਾਨੂੰ ਨਹੀਂ ਮਿਲਣੇ। ਉਹਨਾਂ ਡੈਟਰ ਦੇ ਵਿੱਚੋਂ ਅਸੀਂ ਕੱਢਣਾ ਪਏਗਾ ਸਾਨੂੰ ਉਹ ਲਿਸਟ ਵਿੱਚੋਂ, ਤਾਂ ਉਸ ਪੈਸੇ ਨੂੰ ਅਸੀਂ ਕੋਈ ਕਵਾਂਗੇ ਬੈਡ ਡੈਟਸ ਕਵਾਂਗੇ। ਤਾਂ ਇਹ ਸੀਗਾ ਸਾਰਾ ਕੁਝ ਡੈਟਰ ਔਰ ਕ੍ਰੈਡੀਟਰ ਦੇ ਬਾਰੇ। ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ। ਅਗਰ ਕੋਈ ਕੁਐਸਚਨ ਹੋਇਆ ਤਾਂ ਕਮੈਂਟ ਵਿੱਚ ਜ਼ਰੂਰ ਪੁੱਛਣਾ। ਤਾਂ ਹੁਣ ਤੁਹਾਡੇ ਲਈ ਕੁਐਸਚਨ ਹੈ ਕਿ ਜੇਕਰ ਅਸੀਂ ਕਿਸੇ ਨੂੰ ਕੋਈ ਡੋਨੇਸ਼ਨ ਦਿੰਨੇ ਆ, ਤਾਂ ਕੀ ਉਹ ਡੋਨੇਸ਼ਨ ਜਿਹੜੀ ਹੈ ਮਾਲ ਦੀ ਡੋਨੇਸ਼ਨ ਖਾਸ ਕਰਕੇ ਗੱਲ ਕਰ ਰਹੇ ਹਾਂ, ਜੋ ਅਸੀਂ ਮਾਲ ਦੀ ਡੋਨੇਸ਼ਨ ਦਿੰਨੇ ਆ, ਕੋਈ ਦਾਨ ਦਿੰਨੇ ਆ, ਕੋਈ ਸਾਡੇ ਕੋਲ ਮੰਗਣ ਆ ਗਿਆ ਕਿ ਸਾਨੂੰ ਸਮਾਨ ਚਾਹੀਦਾ ਹੈ, ਤਾਂ ਅਸੀਂ ਉਹ ਸਮਾਨ ਆਪਣੀ ਦੁਕਾਨ ਦੇ ਵਿੱਚੋਂ ਉਹਨੂੰ ਦੇਤਾ, ਤਾਂ ਕੀ ਉਹਨੂੰ ਸੇਲ ਦੇ ਵਿੱਚ ਗਿਣਿਆ ਜਾਣਾ ਚਾਹੀਦਾ ਹੈ? ਕੀ ਅਸੀਂ ਉਹ ਮਾਲ ਵਿਕਿਆ ਹੋਇਆ ਮੰਨਾਂਗੇ? ਐਸੇ ਤਰੀਕੇ ਨਾਲ ਕਿ ਜੇਕਰ ਕੋਈ ਅਸੀਂ ਮਾਲ ਦੀ ਐਡਵਰਟਾਈਜ਼ਮੈਂਟ ਕਰਨੀ ਹੈ, ਇਸ਼ਤਿਹਾਰਬਾਜ਼ੀ ਕਰਨੀ ਹੈ ਔਰ ਲੋਕਾਂ ਨੂੰ ਵਰਤ ਕੇ ਚਾਹੁੰਦੇ ਹਾਂ ਕਿ ਵਰਤ ਕੇ ਦੇਖਣ, ਤਾਂ ਉਹਨਾਂ ਨੂੰ ਸੈਂਪਲ ਦੇ ਤੌਰ ਤੇ ਅਸੀਂ ਵੰਡ ਦਿੱਤਾ ਮਾਲ, ਤਾਂ ਕੀ ਉਹ ਇੱਕ ਸੇਲ ਹੈ? ਇਸ ਬਾਰੇ ਤੁਸੀਂ ਜ਼ਰੂਰ ਆਪਣਾ ਜਿਹੜਾ ਹੈ ਆਨਸਰ ਕਮੈਂਟ ਵਿੱਚ ਕਰਨਾ ਹੈ। ਇਹਦਾ ਆਨਸਰ ਆਪਾਂ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਹ ਸੇਲ ਹੈ ਜਾਂ ਨਹੀਂ ਹੈ। ਅਗਰ ਇਹ ਸੇਲ ਹੈ ਤਾਂ ਕਿਉਂ ਹੈ, ਔਰ ਅਗਰ ਸੇਲ ਨਹੀਂ ਹੈ ਤਾਂ ਕਿਉਂ ਨਹੀਂ ਹੈ, ਇਸ ਬਾਰੇ ਤੁਸੀਂ ਜਿਹੜਾ ਹੈ ਉਸ ਦੇ ਵਿੱਚ ਜ਼ਰੂਰ ਦੱਸਣਾ ਹੈ। ਨੈਕਸਟ ਟਰਮ ਜਿਹੜੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਬੇਟੋ, ਉਹ ਹੈ ਰਸੀਟ। ਆਪਾਂ ਆਲਰੇਡੀ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ ਕਿ ਰਸੀਟ ਜਿਹੜਾ ਯਾਨੀ ਕਿ ਸ਼ਬਦ ਜਿਹੜਾ ਹੈ ਕਿ ਸਾਨੂੰ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਰਸੀਟੇਬਲ ਵਰਤਦੇ ਹਾਂ। ਸਾਨੂੰ ਪੈਸੇ ਮਿਲੇ, ਕੈਸ਼ ਰਿਸੀਵਡ ਹੋਇਆ, ਸਾਨੂੰ ਚੈੱਕ ਮਿਲਿਆ, ਅਸੀਂ ਕਹਾਂਗੇ ਸਾਨੂੰ ਚੈੱਕ ਰਿਸੀਵਡ ਹੋਇਆ, ਜਾਂ ਬੈਂਕ ਦੇ ਵਿੱਚ ਵੈਸੇ ਪੈਸੇ ਕਿਸੇ ਨੇ UPI ਜਾਂ ਆਨਲਾਈਨ ਟ੍ਰਾਂਸਫਰ ਕਰਤੇ, ਤਾਂ ਸਾਡੇ ਕੋਲ ਪੇਮੈਂਟ ਆ ਗਈ, ਸਾਡੇ ਕੋਲ ਪੈਸੇ ਪਹੁੰਚ ਗਏ। ਤਾਂ ਅਸੀਂ ਉੱਥੇ ਜਦੋਂ ਕੋਈ ਚੀਜ਼ ਸਾਡੇ ਕੋਲ ਪੈਸੇ ਪ੍ਰਾਪਤੀ ਹੋ ਜਾਂਦੀ ਹੈ, ਸਾਨੂੰ ਰਿਸੀਵ ਹੋ ਜਾਂਦੇ ਆ, ਤਾਂ ਅਸੀਂ ਉੱਥੇ ਵਰਡ ਰਸੀਟ ਯੂਜ਼ ਕਰਦੇ ਹਾਂ। ਹੁਣ ਇਸ ਵਿੱਚ ਪੂਰੀ ਪ੍ਰਕਿਰਿਆ ਕੀ ਹੈ? ਸਾਨੂੰ ਰਸੀਟ ਕਿਸੇ ਨਾ ਕਿਸੇ ਕਾਰਨ ਕਰਕੇ ਹੁੰਦੀ ਹੈ। ਮੰਨ ਲੈਂਦੇ ਹਾਂ ਕਿ ਅਸੀਂ ਕੈਸ਼ ਸੇਲ ਦੀ ਐਗਜ਼ਾਮਪਲ ਲੈਂਦੇ ਹਾਂ, ਅਸੀਂ ਨਗਦ ਮਾਲ ਵੇਚਿਆ, ਠੀਕ ਹੈ, ਤਾਂ ਆਪਾਂ ਗੱਲ ਕੀਤੀ ਸੀ ਕਿ ਅਸੀਂ ਗੁੱਡਸ ਜਿਹੜੀਆਂ ਨੇ ਉਹ ਆਊਟ ਹੋ ਗਈਆਂ, ਉਹ ਚਲੀਆਂ ਗਈਆਂ, ਔਰ ਉਸ ਦੇ ਬਦਲੇ ਸਾਡੇ ਕੋਲ ਕੈਸ਼ ਜਿਹੜਾ ਉਹ ਆ ਗਿਆ। ਤਾਂ ਕੈਸ਼ ਦੀ ਰਸੀਟ ਜਿਹੜੀ ਹੈ ਸਾਡੇ ਕੋਲ ਹੋਈ ਹੈ, ਉਹਦਾ ਕਾਰਨ ਰਿਹਾ, ਕੀ ਕਾਰਨ ਰਿਹਾ ਕਿ ਮਾਲ ਵੇਚਿਆ। ਤਾਂ ਇਸ ਤਰੀਕੇ ਨਾਲ ਅਸੀਂ ਹਰ ਲੈਣ ਦੇਣ ਦੇ ਵਿੱਚ ਜਦੋਂ ਕੋਈ ਪੇਮੈਂਟ ਆਈ ਹੈ ਤਾਂ ਉਸਦਾ ਕਾਰਨ ਲੱਭਣਾ ਬਹੁਤ ਜ਼ਰੂਰੀ ਹੈ,
क्योंकि कारण लिखांगे ਤਾਂ ਹੀ ਸਾਨੂੰ ਸਮਝ ਆਏਗਾ ਕਿ ਉਹ ਪੈਸੇ ਕਿਉਂ ਆਏ ਹੈ। ਤਾਂ ਇੱਥੇ ਕੀ ਕਾਰਨ ਸੀ ਕਿ ਮਾਲ ਹੋ ਸਕਦਾ ਹੈ ਕਿ ਅਸੀਂ ਪਹਿਲਾਂ ਕ੍ਰੈਡਿਟ ਸੇਲ ਕੀਤੀ ਹੋਵੇ, ठीक है, और उस तो बाद सानू वो पैसे कुछ दिनों बाद आए होण, तां भी सानू पता है कि चलो पैसे तो अज आए हैं, लेकिन इसका कारण की सीगा कि जिहड़ा है वो क्रेडिट सेल कीती सी और वो बंदे तो असीं डैटर्स जिहड़े साडे लिस्ट च नाम सीगा और वो सानू पैसे डैटर्स वाला दे के गए। तो इत्थों सानू गल क्लीयर होगी कि पैसा आया जरूर है, लेकिन क्यों आया है? क्योंकि डैटर्स की लिस्ट विच सीगा। तो इस तरीके नाल असीं कोशिश करनी है कि हर एक पैसे जो साडे कोल आए हैं ਉਹਦਾ ਕਾਰਨ ਜ਼ਰੂਰ ਸਮਝਣਾ ਹੈ ਕਿ ਪੈਸੇ ਕਿਉਂ ਆਏ ਹੈ। ਸਾਨੂੰ ਕੁਐਸਚਨ ਦੇ ਵਿੱਚ, ਕਿਉਂਕਿ ਅਸੀਂ ਨੂਮੈਰੀਕਲ ਜਦੋਂ ਪੜਾਂਗੇ ਤਾਂ ਕਾਪੀ ਤੇ ਲਿਖਿਆ ਹੋਏਗਾ ਕਿ ਇੱਕ ਵਰਡ ਸਾਡੇ ਕੋਲ ਰਿਸੀਟ ਜਾਂ ਰਿਸੀਵਡ ਵਰਡ ਆਏਗਾ। ਤਾਂ ਜਦੋਂ ਵੀ ਰਿਸੀਵਡ ਵਰਡ ਆਉਂਦਾ ਹੈ ਤਾਂ ਅਸੀਂ ਹਮੇਸ਼ਾ ਇੱਕ ਗੱਲ ਦਿਮਾਗ 'ਚ ਰੱਖਣੀ ਹੈ ਕਿ ਸਾਨੂੰ ਕੋਈ ਨਾ ਕੋਈ ਪੇਮੈਂਟ ਜਿਹੜੀ ਹੈ ਉਹ ਆ ਗਈ ਹੈ, ਪੈਸੇ ਆ ਗਏ ਹੈ, ਸਾਡੇ ਕੋਲ ਕੈਸ਼ ਹੈ ਉਹ ਇਨ ਹੋ ਗਿਆ, ਚਾਹੇ ਬੈਂਕ 'ਚ ਹੋਇਆ ਚਾਹੇ ਆਪਣੇ ਕੋਲ ਹੋਇਆ। ਤਾਂ ਕੈਸ਼ ਇਨ ਹੋ ਗਿਆ, ਰਿਸੀਵ ਦਾ ਮਤਲਬ ਹੈ ਕੈਸ਼ ਇਨ ਹੋ ਗਿਆ। ਹੁਣ ਸਾਡਾ ਦੂਸਰਾ ਕੰਮ ਕੀ ਹੈ? ਇਹ ਰਿਸੀਵਡ ਕਿਉਂ ਹੋਇਆ, ਇਹਦਾ ਕਾਰਨ ਕੀ ਹੈ, ਅਸੀਂ ਉਹ ਲੱਭਣਾ ਹੈ ਇਹਦੇ ਵਿੱਚ। ਅਗਰ ਅਸੀਂ ਕਹਿੰਦੇ ਆ ਸਾਡੇ ਕੋਲ ਇੱਕ ਕੁਐਸਚਨ 'ਚ ਲਿਖਿਆ ਹੋਇਆ ਸਾਨੂੰ ਕਿ ਜਾਂ ਅਸੀਂ ਪ੍ਰੈਕਟੀਕਲ ਦੇਖਦੇ ਆ ਕਿ ਸਾਨੂੰ ਰੈਂਟ ਮਿਲ ਗਿਆ, ਕੋਈ ਆਇਆ ਹੋਏਗਾ ਕੀ ਪ੍ਰੈਕਟੀਕਲ ਕੀ ਹੋਏਗਾ, ਇਹਨੂੰ ਆਪਾਂ ਐਗਜ਼ਾਮਪਲ ਸਮਝਦੇ ਆ ਕਿ ਕੋਈ ਆਇਆ ਤੁਹਾਨੂੰ 5000 ਰੁਪਏ ਫੜਾਏ ਉਹਨੇ, ਠੀਕ, 5000 ਰੁਪਏ ਫੜਾਏ ਤਾਂ ਤੁਸੀਂ ਉਹਨੂੰ ਪੁੱਛਿਆ ਵੀ ਭਾਈ ਸਾਹਿਬ 5000 ਰੁਪਏ ਕਾਹਦੇ ਹੈ? ਤਾਂ ਉਹ ਕਹਿੰਦਾ ਜੀ ਤੁਹਾਡਾ ਇੱਕ ਕਿਰਾਇਆ ਹੈ ਜੋ ਮੈਂ ਦੇਣਾ ਸੀਗਾ ਤੁਹਾਨੂੰ, ਇੱਕ ਕਿਰਾਇਆ ਹੈ, ਤੁਸੀਂ ਕਿਤੇ ਜਾਣਾ ਸੀ, ਤੁਸੀਂ ਆਪਣੀ ਕਾਪੀ ਤੇ ਲਿਖਤਾ ਰੈਂਟ ਰਿਸੀਵਡ 5000 ਰੁਪਇਆ। ਹੁਣ ਤੁਹਾਡਾ ਮੈਨੇਜਰ ਆਇਆ, ਉਹਨੇ ਪੜਿਆ ਕਿ ਰੈਂਟ ਰਿਸੀਵਡ 5000 ਰੁਪਇਆ। ਇਸ ਦਾ ਮਤਲਬ ਉਹਨੂੰ ਕੀ ਸਮਝ ਆਏਗਾ ਕਿ ਉਹਨੂੰ ਸਮਝ ਆਏਗਾ ਕਿ 5000 ਰੁਪਏ ਸਾਡੇ ਕੋਲ ਆ ਚੁੱਕੇ ਹੈ और ये क्यों आए हैं? क्योंकि ये रेंट के पैसे हैं, ठीक। तो अगर सिर्फ ये लिखा है रेंट रिसीव्ड 5000 तो बिल्कुल क्लियर हो गया कि 5000 रुपए आया हुआ है और उसका कारण भी पता लग गया कि रेंट आया है। तो इस तरीके नाल असीं इस चीज नूं प्रोसैस नूं समझना है कि इस पूरी प्रक्रिया च सानूं पैसे तो आए हैं लेकिन क्यों आए हैं। हो सकता है कि तुहानूं जिहड़ा है वो सेल तो पैसा, अगर कोई आया वो तुहानूं पैसे दे गया कि लो जी 5-10,000 रुपए लो, ਤੁਸੀਂ ਪੁੱਛਿਆ ਜੀ 10,000 ਰੁਪਏ ਕਾਹਦਾ ਹੈ? ਉਹਨੇ ਕਿਹਾ ਕਿ ਮੈਂ ਤੁਹਾਡੇ ਕੋਲੋਂ ਪਹਿਲਾਂ ਮਾਲ ਉਧਾਰ ਲੈ ਕੇ ਗਿਆ ਸੀ, ਠੀਕ ਹੈ, ਕ੍ਰੈਡਿਟ ਸੇਲ ਹੋਈ ਸੀ, ਉਸ ਦੇ ਪੈਸੇ ਹੈ। ਤਾਂ ਹੁਣ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਡੈਟਰ ਤੋਂ ਪੈਸੇ ਲੈਣੇ ਸੀ, ਉਸ ਕਰਕੇ ਇਹ 10,000 ਰੁਪਏ ਆਇਆ ਹੈ। ਤਾਂ ਇਹ ਰਿਸੀਵਡ ਤਾਂ ਇਹਦੇ 'ਚ ਵੀ ਵਰਡ ਆਏਗਾ ਕਿ ਰਿਸੀਵ ਕੀਤਾ, ਤਾਂ ਰਿਸੀਵ ਤਾਂ ਅਸੀਂ ਪੈਸੇ ਕਰ ਲਿਆ, ਤਾਂ ਕਲੀਅਰ ਹੈ ਕਿ ਜੋ ਰਿਸੀਵਡ ਵਰਡ ਆ ਗਿਆ ਕਿ ਪੈਸੇ ਆ ਗਏ, ਲੇਕਿਨ ਕਿਉਂ ਆਏ ਇਹ ਲੱਭਣਾ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਜਿਹੜਾ ਉਹ ਪੂਰਾ ਲੈਣ ਦੇਣ ਨੂੰ ਸਹੀ ਤਰੀਕੇ ਨਾਲ ਲਿਖ ਸਕਾਂਗੇ। तो यह शब्द असीं जिहड़ा है वो ध्यान च रखना है कि रिसीव का मतलब होया कि क्यों आए, ਇਹਦਾ कारण जरूर देखना है। बिल्कुल इस तरीके नाल असीं पेमेंट करते हैं, जो पैसे दिन्ने आ तो जो भी पेड वर्ड आ गया कैश पेड, तो यह मतलब है साडे कोलों कैश चला गया, आउट हो गया, तो गल क्लीयर है। असीं पेमेंट करती, पैसे चले गए या चैक चला गया या ऑनलाइन पाते, वो कोई भी कारण हो सकता है, तो एक तरीके नाल साडे कोलों चला गया, पैसे चले गए। हुण क्यों गए, इसनूं लभना बहुत जरूरी है। ਅਸੀਂ ਇਹ ਕੋਸ਼ਿਸ਼ ਕਰਾਂਗੇ फाइंड आउट ਕਰਨ ਦੀ ਕਿ ਇਹ ਪੈਸੇ ਕਿਉਂ ਗਏ ਹਨ। ਤਾਂ ਇਹ ਜੇਕਰ ਅਸੀਂ ਇਸੇ ਤਰੀਕੇ ਨਾਲ ਅਸੀਂ ਇੱਥੇ ਲਿਖਿਆ ਹੈ ਕਿ ਸੈਲਰੀ ਪੇਡ, ਅਸੀਂ ਲਿਖ ਲਿਆ ਕਾਪੀ ਤੇ ਸੈਲਰੀ ਪੇਡ 2000 ਰੁਪਏ 20000 ਰੁਪਏ, ਤਾਂ ਇਹਦਾ ਮਤਲਬ ਕੀ ਹੈ ਕਿ ਅਸੀਂ ਤਨਖਾਹ ਦਿੱਤੀ। ਪੇਡ ਸ਼ਬਦ ਆਉਣ ਦਾ ਮਤਲਬ ਹੈ ਕਲੀਅਰ ਹੋ ਗਿਆ ਕਿ ਕੈਸ਼ ਮੇਰੇ ਕੋਲੋਂ ਚਲਾ ਗਿਆ। ਹੁਣ क्यों चला गया? क्योंकि मैं तनख्वाह दी है, अपने जो कर्मचारी लगे हुए हैं उन्होंने तनख्वाह दी है, तो कारण भी क्लियर हो गया। तो कारण सी सैलरी देनी और पेड मतलब पैसे दे चुके हैं मैं, तो पैसे आउट हो गए, ठीक है। ऐसे तरीके अगर मैं किसी तो उधार परचेज की सी, उधार परचेज की सी, तो हम मैं परचेज ही वरतांगा, तो अपने आप क्लीयर होना चाहिए कि परचेज शब्द आया तो असं माल खरीदे की गल कर रहे हैं, सेल शब्द आया तो माल बेचे की गल कर रहे हैं, ठीक है। काम अब माल कुछ भी है, चाहे कोई भी बिजनेस है। तो क्रेडिट परचेज जी है असी की सी, उसकी पेमेंट असी हुण कर रहे हैं, उसके पैसे दे रहे हैं अज, तो असी कहांगे कि असी वो पैसे पेड करते, पैसे साडे कोल चले गए। और कारण की सीगा? आ उधार माल, यानी कि असी अपने क्रेडिटर सीगे जिहड़े साडे कोल सीगे उन्हां नूं असी पेमेंट जिहड़ी है वो करती, साडे क्रेडिटर घट गए, साडे ते कर्जा घट गया। तो ये चीज़ां आम जिहड़ियां ने इहनूं पूरा प्रोसैस नूं समझांगे। ਜਦੋਂ ਅਸੀਂ ਇਸ ਨੂੰ ਪੂਰਾ ਪ੍ਰੋਸੈਸ ਸਮਝਾਂਗੇ, ਆਪਣੇ ਦਿਮਾਗ 'ਚ ਇੱਕ ਪਿਕਚਰ ਬਣਾਵਾਂਗੇ, ਤਾਂ ਸਾਨੂੰ ਜਿਹੜਾ ਅਕਾਊਂਟਸ ਨੂੰ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਆਸਾਨੀ ਹੋਏਗੀ। ਤੁਸੀਂ ਹਮੇਸ਼ਾ ਸਾਹਮਣੇ ਵਾਂਗੂ ਗੱਲ ਕਰਨੀ ਹੈ, ਆਪਣੇ ਆਪ ਨੂੰ ਬਿਜ਼ਨਸ ਮੰਨ ਕੇ ਚੱਲਣਾ ਹੈ ਔਰ ਹਮੇਸ਼ਾ ਸਾਹਮਣੇ ਵਾਲੇ ਨਾਲ ਜਿਹੜਾ ਹੈ ਉਹ ਸੰਬੰਧ ਦੇਖਣਾ। ਜਿਹੜੇ ਮੈਂ ਐਗਜ਼ਾਮਪਲ ਦਿੱਤੀ ਹੈ
उसमें हमेशा याद रखना है कि मैं भतीजा नहीं कहनागा, मैं कहना है कि ਉਹ ਸਾਡੇ ਚਾਚਾ ਜੀ ਹਨ। ਤਾਂ ਇਸ ਤਰੀਕੇ ਦੇ ਨਾਲ ਇਸ ਐਗਜ਼ਾਮਪਲ ਨੂੰ ਦਿਮਾਗ 'ਚ ਰੱਖੋਗੇ ਤਾਂ ਤੁਹਾਨੂੰ ਜਿਹੜਾ ਹੈ ਉਹ ਆਇਡੈਂਟੀਫਾਈ ਕਰਨਾ ਉਹ ਸੌਖਾ ਹੋ ਜਾਏਗਾ। ਤਾਂ ਜੋ ਵੀ ਤੁਹਾਡੇ ਕੁਐਸਚਨਸ ਕੁਐਰੀਆਂ ਹੋਣਗੀਆਂ ਇਸ ਵੀਡੀਓ ਨਾਲ ਉਹ ਤੁਸੀਂ ਇਸ ਕਮੈਂਟ ਦੇ ਵਿੱਚ ਜ਼ਰੂਰ ਲਿਖ ਕੇ ਭੇਜੋ। ਅਗਲੇ ਵੀਡੀਓ ਦੇ ਵਿੱਚ ਤੁਹਾਡੇ ਇਸ ਦਾ ਸੋਲੂਸ਼ਨ ਦੇਣ ਦੀ ਕੋਸ਼ਿਸ਼ ਕਰਾਂਗੇ। ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ। ਤੁਹਾਡਾ ਸਾਰਿਆਂ ਦਾ ਥੈਂਕ ਯੂ।